गुड मॉर्निंग पंजाबियों लैके हाज़र हाँ पंजाब ਅਤੇ देश विदेश ਦੀਆਂ ਵੱਡੀਆਂ ਖਬਰਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੀ। ਲੰਬੇ ਸਮੇਂ ਤੋਂ ਚੱਲੇ ਆ ਰਹੇ ਬੇਅਦਬੀਆਂ ਦੇ ਮੁੱਦੇ ਨੇ ਇੱਕ ਵਾਰ ਫਿਰ ਤੋਂ ਤੋਲ ਫੜ ਲਿਆ ਜਦੋਂ ਕੈਪਟਨ ਦੇ ਮੰਤਰੀ ਨੇ ਆਪਣੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਉਹਨਾਂ ਨੇ ਕੁਰਸੀ ਛੱਡਣ ਦੀ ਵੀ ਚੇਤਾਵਨੀ ਦਿੱਤੀ ਹੈ। कैबिनेट मंत्री सुखजिंदर रंधावा ने भी अपनी सरकार की कारगुजारी से सवाल उठाने शुरू कर दिते हैं। कैबिनेट मंत्री सुखजिंदर रंधावा ने स्पष्ट कह दिता कि उन्होंने कांग्रेस सरकार भी बेअदबी कांड के दोषियों को सजावां दिवाउण विच असफल साबित हुई है। उन्होंने इत्थों तक कह दिता कि जे बेअदबी के दोषियों को सज़ा ना मिली तो वह मंत्री की कुर्सी भी छड्ड देणगे। ਐਤਵਾਰ ਨੂੰ ਅਲਾਇੰਸ ਸਿੱਖ ਆਰਗੇਨਾਈਜੇਸ਼ਨ ਵੱਲੋਂ ਪਿੰਡ ਧਰੋਲੀਵਾਲੀ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ। ਰੰਧਾਵਾ ਨੇ ਧਰਨੇ ਨੂੰ ਬਿਲਕੁਲ ਜਾਇਜ਼ ਦੱਸਦਿਆਂ ਖੁਦ ਵੀ ਆਪਣੀ ਸਰਕਾਰ ਖਿਲਾਫ ਭੜਾਸ ਕੱਢੀ। ਵਾਕਈ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਾਰੀਆਂ ਚੀਜ਼ਾਂ ਦੱਸਣੀਆਂ ਕਿ ਸਾਡੇ ਕੋਲ ਬਾਹਰ ਖਲੋ ਕੇ ਜਵਾਬ ਨਹੀਂ ਦਿੱਤਾ ਜਾਂਦਾ। ਨਹੀਂ ਜਵਾਬ ਇਹਨਾਂ ਨੂੰ ਜਵਾਬ ਤੁਸੀਂ ਤਾਂ ਨਾ ਮਿਲੂਗਾ, ਅਸੀਂ ਤਾਂ ਮਿਲਣਾ। ਅਸੀਂ ਕੀ ਜਵਾਬ ਦੇਈਏ ਇਹਨਾਂ ਨੂੰ ਕਿ ਕਿਉਂ ਨਹੀਂ ਇਨਸਾਫ ਮਿਲਿਆ, ਕਿੱਥੇ ਇਨਸਾਫ ਚਲਾ ਗਿਆ। ਫਿਰ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਜਿਹੜੇ ਬੰਦੇ ਫੜ ਕੇ ਅੰਦਰ ਦਿੱਤੇ ਸਾਰੇ ਜਮਾਨਤਾਂ ਦੇ, ਕਈਆਂ ਨੂੰ ਜਮਾਨਤਾਂ ਅੰਦਰ ਵੀ ਨਹੀਂ ਜਾਣ ਦਿੱਤਾ। ਉਹ ਪੁਲਿਸ ਵਾਲੇ ਉਹਨਾਂ ਦੇ ਕੇਸ ਹੋਏ ਉਹਨਾਂ ਨੂੰ ਕੋਰਟਾਂ ਨੇ ਪਹਿਲਾਂ ਜਮਾਨਤਾਂ ਦੇ ਦਿੱਤੀਆਂ। ਇਹ ਬੜੀ ਵੇਖਣ ਵਾਲੀਆਂ ਚੀਜ਼ਾਂ ਨੇ। ਸੋ ਭਰਾਓ ਜੋ ਤੁਸੀਂ ਹੁਕਮ ਕਰੋਗੇ ਮੈਂ ਤਾਂ ਉਹੀ ਬਣੂਗਾ। ਜੋ ਉੱਥੇ ਮੈਂ ਕਹਿ ਕੇ ਮੈਂ ਆਪਣੀ ਜ਼ੁਬਾਨ ਤੇ ਅੱਜ ਵੀ ਉੱਥੇ ਕਰਾਂ ਤੇ ਤੁਸੀਂ ਜਦੋਂ ਵੇਖਦੇ ਮੈਂ ਠੋਕ ਕੇ ਬੋਲਦਾ ਵੀ ਨਹੀਂ। ਸਰਕਾਰਾਂ ਦੇ ਜਿਹੜੇ ਛੋਟੀਆਂ ਨੇ ਥਾਉਣੀਆਂ ਪੈਣੀਆਂ ਤੇ ਭਰਾ ਸਿੰਘੋ ਮੈਂ ਨਾ ਪਿੰਡੀ ਬਦਲਣਾ, ਮੈਨੂੰ ਭਾਵੇਂ ਸਰਕਾਰ ਛੱਡਣੀ ਪਏ, ਇਨਸਾਫ ਮਿਲਣਾ ਚਾਹੀਦਾ। ਮੈਂ ਇਹਦੇ 'ਚ ਇਹ ਨਹੀਂ ਕਹਿੰਦਾ ਕਿ ਅਸੀਂ ਦੋਸ਼ੀ ਨਹੀਂ, ਅਸੀਂ ਵੀ ਉਨੇ ਭਾਗੀਦਾਰ ਬਣਦੇ ਜਾਂਦੇ ਜਿੰਨੇ ਬਾਦਲ ਸੀਗੇ। ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦਾ, ਨਾ ਮੈਂ ਝੂਠ ਹੀ ਬੋਲੂਗਾ। ਨਾ ਵਜ਼ਾਰਤਾਂ ਰਹਿੰਦੀਆਂ ਨੇ, ਗੁਰੂ ਰਹੂ ਤੇ ਵਜ਼ਾਰਤਾਂ ਨੂੰ, ਜੇ ਗੁਰੂ ਨਹੀਂ ਨਾਲ ਤੁਹਾਡੇ ਤੇ ਇਹ ਵਜ਼ਾਰਤਾਂ ਨੂੰ ਲੋਕਾਂ ਨੇ ਥੁੱਕਣਾ ਵੀ ਨਹੀਂ ਸਾਡੇ। ਤਨਖਾਹਾਂ ਨਾ ਮਿਲਣ ਤੋਂ ਦੁਖੀ ਮੁਲਾਜ਼ਮ ਕੈਪਟਨ ਸਰਕਾਰ ਨੂੰ ਜਗਾਉਣਾ ਚਾਹੁੰਦੇ ਨੇ। ਇਸੇ ਕਾਰਨ ਕੈਪਟਨ ਸਰਕਾਰ ਖਿਲਾਫ ਹੁਣ ਤਕਨੀਕੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਸਿੱਧੇ ਤੌਰ ਤੇ ਮੋਰਚਾ ਖੋਲ੍ਹ ਦਿੱਤਾ ਹੈ। ਮੁਲਾਜ਼ਮਾਂ ਨੇ ਟੈਕਨੀਕਲ ਸਿੱਖਿਆ ਦਾ ਕੰਮ ਬੰਦ ਕਰ ਦਿੱਤਾ ਹੈ। ਮੁਲਾਜ਼ਮਾਂ ਨੇ ਸਰਕਾਰ ਦੇ ਖਜ਼ਾਨਾ ਮੰਤਰੀ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਹੈ। ਇਹ ਸਰਕਾਰ ਸੁੱਤੀ ਪਈ ਆ। ਇਹ ਮੁਲਾਜ਼ਮਾਂ ਪ੍ਰਤੀ ਵਰਗ ਵਿੱਚ ਇਹਨਾਂ ਦਾ ਬਹੁਤ ਹੀ ਮੁਲਾਜ਼ਮਾਂ ਨੂੰ ਸ਼ੋਸ਼ਣ ਕਰਦੇ ਆ। ਕੱਚੇ ਕਰਮਚਾਰੀ ਕੋਈ ਵੀ ਪੱਕਾ ਨਹੀਂ ਕਰਿਆ ਹੁਣ ਤੱਕ। ਜਿਹੜੇ ਨੇ ਵਾਅਦਾ ਕਰਿਆ ਸੀ, ਗੁਟਕਾ ਚੱਕ ਕੇ ਵਾਅਦਾ ਕਰਿਆ ਸੀਗਾ ਇਹਨੇ ਵੀ ਮੈਂ ਪੰਜਾਬ 'ਚ ਨਸ਼ਾ ਛਡਾ ਦੂੰਗਾ, ਕੱਚੇ ਮੁਲਾਜ਼ਮ ਪੱਕੇ ਕਰ ਦੂੰਗਾ ਤੇ ਆਪਣਾ ਤਨਖਾਹਾਂ ਜਿਹੜੀਆਂ ਲੋਕਾਂ ਨੂੰ ਟਾਈਮ ਸਿਰ ਦਊਂਗਾ। ਪਰ ਹਾਲਾਤ ਅੱਜ 2.5 ਸਾਲ ਹੋ ਗਏ। ਹਾਲਾਤ ਇਹ ਪੈਦਾ ਕਰਤੇ ਵੀ ਮੁਲਾਜ਼ਮ ਵਰਗ ਸੜਕ ਪਰ ਆ ਜਾਊਗਾ। ਆਉਣ ਦੇ ਇਹਨੇ ਚਾਂਸ ਪੂਰੇ ਕਰਤੇ। ਸੋ ਇਹ ਸਰਕਾਰ ਨੂੰ ਜਲਦੀ ਕਰਨਾ ਬਣਦਾ ਤੇ ਮੈਂ ਵਿੱਤ ਮੰਤਰੀ ਨੂੰ ਇੱਕ ਵਾਰੀ ਫੇਰ ਚੇਤਾਵਨੀ ਦਿੰਦਾ, ਆਪਣੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਵੀ, ਆਪਣੇ ਡਿਪਾਰਟਮੈਂਟ ਵੱਲੋਂ ਵੀ ਤੇਰੇ ਕੀਤਾ ਹੋਇਆ ਵਾਅਦੇ ਕਦੇ ਵੀ ਤੂੰ ਪੂਰੇ ਨਹੀਂ ਕਰ ਸਕਦਾ। ਇਸ ਕਰਕੇ ਤੂੰ ਕਿੱਥੋਂ ਦੀ ਚੱਲਦਾ ਮਨਪ੍ਰੀਤ ਬਾਦਲ ਨੂੰ ਚੱਲਦਾ ਕਰੋ। ਮੁਲਾਜ਼ਮ ਵਰਗ ਦਾ ਸ਼ੋਸ਼ਣ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੂੰ ਆਫੀਸਰਸ ਨੂੰ ਤਾਂ ਕੋਈ ਅਸਰ ਨਹੀਂ ਪੈਂਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੂੰ ਤਨਖਾਹ ਮਿਲੇ ਨਾ ਮਿਲੇ। ਫਰਕ ਪੈਂਦਾ ਮੁਲਾਜ਼ਮਾਂ ਨੂੰ। ਮੁਲਾਜ਼ਮ ਤੰਗ ਹੁੰਦੇ ਆ, ਹੁਣ ਕੰਮ ਰੁਕਿਆ, ਇਹਦੇ ਨਾਲ ਸਰਕਾਰ ਦਾ ਹੀ ਨੁਕਸਾਨ ਹੋ ਰਿਹਾ। ਆਫੀਸਰਸ ਦਾ ਨਹੀਂ ਨੁਕਸਾਨ ਹੋ ਰਿਹਾ, ਸਰਕਾਰ ਦਾ ਨੁਕਸਾਨ ਹੋ ਰਿਹਾ ਹੈਗਾ। ਕੇਂਦਰ ਸਰਕਾਰ ਆਰਮਜ਼ ਐਕਟ 1959 ਵਿੱਚ ਸੋਧ ਕਰਨ ਜਾ ਰਹੀ ਹੈ, ਜਿਸ ਦਾ ਕਾਂਗਰਸ ਨੇ ਲੋਕ ਸਭਾ ਵਿੱਚ ਵਿਰੋਧ ਕੀਤਾ ਹੈ। ਕੇਂਦਰ ਦੇ ਆਰਮਜ਼ ਐਕਟ ਬਿੱਲ ਮੁਤਾਬਿਕ ਇੱਕ ਲਾਇਸੈਂਸ ਉੱਤੇ 2 ਹਥਿਆਰ ਰੱਖਣ ਦਾ ਪ੍ਰਬੰਧ ਰੱਖਿਆ ਹੈ, ਯਾਨੀ ਇੱਕ ਲਾਇਸੈਂਸ ਉੱਤੇ 2 ਹਥਿਆਰ ਖਰੀਦੇ ਜਾ ਸਕਦੇ ਨੇ। ਹੁਣ ਤੱਕ ਇੱਕ ਲਾਇਸੈਂਸ ਉੱਤੇ 3 ਹਥਿਆਰ ਰੱਖੇ ਜਾ ਸਕਦੇ ਸਨ। ਲੋਕ ਸਭਾ ਵਿੱਚ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਮਤਾ ਰੱਖਿਆ ਤਾਂ ਪਟਿਆਲਾ ਤੋਂ ਸੰਸਦ ਮੈਂਬਰ ਪਨੀਤ ਕੌਰ ਨੇ ਇਸ ਦਾ ਵਿਰੋਧ ਕੀਤਾ ਹੈ। Punjab, sir, is a state with a 553 kilometer long border with the not-so-friendly state of Pakistan. It has been witness to terrorist violence on account of militancy in 1980 and 1990, an aspect that needs no further elaboration. Now, these conditions naturally gave rise to a very palpable sense of fear and insecurity. It is also pertinent to mention that a large number of farmers have over the years come to live on farmhouses that are outside their villages, where they do not have the comfort and the safety of the main village habitation. The state has over the years granted licenses and also issued licenses for firearms or crop protection to farmers
as provided in the Arms Act. An unintended consequence will be when you limit them to one firearm, how will they be able to protect their farmland, as different wars have different usages? ਪਿਆਜ਼ ਦੀਆਂ ਅਸਮਾਨ ਛੂ ਰਹੀਆਂ ਕੀਮਤਾਂ ਤੋਂ ਅੱਕੇ ਲੋਕ ਸੜਕਾਂ ਤੇ ਆ ਗਏ ਨੇ। ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ। ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਜਤਾਇਆ ਗਿਆ। ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੜਕ ਤੇ ਬੈਠ ਕੇ ਪਿਆਜ਼ ਵੇਚਿਆ ਅਤੇ ਲੋਕਾਂ ਨੂੰ ਇੱਕ ਪਿਆਜ਼ ਮੁਫਤ ਵੰਡੇ। ਉੱਧਰ ਲੋਕਾਂ ਨੂੰ ਇਸ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਅਫਗਾਨਿਸਤਾਨ ਤੋਂ ਪਿਆਜ਼ ਮੰਗਵਾ ਰਹੀ ਹੈ। ਅੰਮ੍ਰਿਤਸਰ ਵਿੱਚ ਭਾਰਤੀ ਪਿਆਜ਼ 100 ਰੁਪਏ ਅਤੇ ਅਫਗਾਨਿਸਤਾਨ ਪਿਆਜ਼ 90 ਰੁਪਏ ਮਿਲ ਰਿਹਾ ਹੈ। ਅੱਜ ਅਸੀਂ ਸੜਕਾਂ ਤੇ ਉਤਰੇ ਹਾਂ ਲੋਕਾਂ ਦੇ ਹਿੱਤਾਂ ਨੂੰ ਲੈ ਕੇ, ਕਿਉਂਕਿ ਪਿਆਜ਼ ਸਾਡੇ ਘਰਾਂ ਦੀ ਰਸੋਈ ਦੀ ਬੜੀ ਸ਼ਾਨ ਹੁੰਦਾ, ਜਿਹਦੇ ਨਾਲ ਸਾਡੇ ਘਰਾਂ ਦੇ ਵਿੱਚ ਪਿਆਜ਼ ਤੋਂ ਬਿਨਾਂ ਰੋਟੀ ਸਬਜ਼ੀ ਨਹੀਂ ਬਣਦੀ। ਪਰ ਬੜੀ ਮਾੜੀ ਗੱਲ ਇਹ ਆ ਕਿ ਇਹਨਾਂ ਦੇ ਮੰਤਰੀ ਸਾਹਿਬ ਕਹਿ ਰਹੇ ਵੀ ਅਸੀਂ ਤਾਂ ਪਿਆਜ਼ ਖਾਂਦੇ ਹੀ ਨਹੀਂ। ਮੈਂ ਇੱਕ ਗੱਲ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਹੱਥ ਜੋੜ ਕੇ ਵੀ ਜੇ ਤੁਸੀਂ ਪਿਆਜ਼ ਨਹੀਂ ਖਾਂਦੇ ਤਾਂ ਕਾਜੂ ਬਦਾਮ ਤਾਂ ਖਾਂਦੇ, ਉਹੀ ਸਸਤੇ ਕਰ ਦਿਓ। ਸਾਡੇ ਗਰੀਬਾਂ ਨੂੰ ਪਿਆਜ਼ ਦੀ ਕੋਈ ਚਾਹ ਨਹੀਂ, ਕਾਜੂ ਬਦਾਮ ਖਵਾ ਕੇ ਉਹਨਾਂ ਨੂੰ ਤਾਕਤਵਰ ਦਾ ਦਿਓ। ਇਹਨਾਂ ਨੇ ਜਮਾਖੋਰਾਂ ਨੂੰ ਨੱਥ ਨਹੀਂ ਪਾਈ, ਜਿਸ ਕਰਕੇ ਅੱਜ ਪਿਆਜ਼ ਦਾ ਰੇਟ ਐਡਾ ਵੱਡਾ। ਕਾਰਪੋਰੇਟ ਘਰਾਣਿਆਂ ਦੀ ਸਰਕਾਰ ਕਾਰਪੋਰੇਟ ਦੇ ਹਿੱਤਾਂ ਨੂੰ ਸੋਚਦੀ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਸ ਨੂੰ ਮਿਲਣ ਪਹੁੰਚੀ। ਹਨੀਪ੍ਰੀਤ ਨਾਲ ਵਕੀਲਾਂ ਦੀ ਟੀਮ ਵੀ ਮੌਜੂਦ ਸੀ। ਹਨੀਪ੍ਰੀਤ ਸਿਰਸਾ ਦੇ ਨੰਬਰ ਵਾਲੀ i20 ਕਾਰ ਵਿੱਚ ਸਵਾਰ ਸੀ। ਹਨੀਪ੍ਰੀਤ 6 ਅਕਤੂਬਰ ਨੂੰ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਈ ਹੈ। ਉਸ ਸਮੇਂ ਤੋਂ ਹੀ ਉਹ ਰਾਮ ਰਹੀਮ ਨਾਲ ਮੁਲਾਕਾਤ ਲਈ ਸਰਗਰਮ ਹੈ। ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦਿਖਾਵਾਂਗੇ ਰਾਸ਼ਟਰੀ ਖਬਰਾਂ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਗੱਲ ਕਰਦੇ ਹਾਂ ਰਾਸ਼ਟਰੀ ਖਬਰਾਂ ਦੀ। ਲੋਕ ਸਭਾ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਾਗਰਿਕਤਾ ਸੋਧ ਬਿੱਲ ਪੇਸ਼ ਕੀਤਾ ਗਿਆ, ਜਿਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਨਾਗਰਿਕਤਾ ਸੋਧ ਬਿੱਲ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ਤੋਂ ਬਾਅਦ ਲੋਕ ਸਭਾ ਵਿੱਚ ਇਸ ਨੂੰ ਪੇਸ਼ ਕੀਤੇ ਜਾਣ ਨੂੰ ਲੈ ਕੇ VOTING ਕਰਵਾਈ ਗਈ। ਇਸ ਦੌਰਾਨ ਇਸ ਬਿੱਲ ਦੇ ਪੱਖ ਵਿੱਚ 293 ਮੈਂਬਰਾਂ ਨੇ ਵੋਟ ਕੀਤੀ। ਉੱਥੇ ਇਸ ਬਿੱਲ ਦੇ ਵਿਰੋਧ ਵਿੱਚ 82 ਵੋਟਾਂ ਪਈਆਂ। VOTING ਤੋਂ ਬਾਅਦ ਇਹ ਬਿੱਲ ਲੋਕ ਸਭਾ ਵਿੱਚ ਪੇਸ਼ ਹੋ ਗਿਆ। तीनों राष्ट्रों के अंदर हिंदू, बुद्ध, सिख, जैन, पारसी और क्रिश्चियन, ये 6 मत के धर्म के पालन करने वालों के साथ धार्मिक प्रताड़ना हुई। मान्यवर, जो मैं बिल लेकर आया हूं वो पॉजिटिव डायरेक्शन के आधार पर धार्मिक रूप से प्रताड़ित अल्पसंख्यकों को शरण में लेने का बिल है, उनको नागरिकता देने का। मान्यवर, यहाँ कहा कि मुस्लिमों के अधिकार ले लिए, इस बिल ने किसी मुस्लिम के अधिकार नहीं। हमारे एक्ट के मुताबिक कोई भी एप्लीकेशन कर सकता है। ढेर सारे लोगों को नागरिकता दी भी है और ढेर सारे लोगों को भविष्य में भी मिलेगी। नियमों के अनुसार एप्लीकेशन करेंगे, ये सबको मिलेगा। इनका जवाब मत दीजिए आप। मान्यवर, अब ये इतना बोल रहे हैं, मैं कह दूं ये बिल की जरूरत क्यों पड़ी है। जब देश का आजादी मिला तब धर्म के आधार पर विभाजन अगर कांग्रेस पार्टी न करती तो ये बिल की जरूरत न पड़ती। किसने किया धर्म के आधार पर विभाजन? किसने किया धर्म के आधार पर विभाजन? इस देश का विभाजन धर्म के आधार पर कांग्रेस पार्टी ने किया है, हमने नहीं किया है। धर्म के आधार पर विभाजन कांग्रेस पार्टी ने किया है। सुनना पड़ेगा, ये इतिहास है। तीनों राष्ट्रों के अंदर जो धार्मिक प्रताड़ना के आधार पर 6 धर्म समुदाय जिसका मैंने नाम कहा, वो लोग भारत में आए हैं। उन लोगों को भारतीय नागरिकता देने के लिए प्रस्ताव है। दिस इज रीजनेबल ग्राउंड फॉर क्लासिफिकेशन, और ये रीजनेबल ग्राउंड ऑफ क्लासिफिकेशन के आधार पर आर्टिकल 14 को ये बिल आहत नहीं करता है। मान्यवर, मैं फिर से एक बार कहता हूं कि ये 3 राष्ट्रों से भी अगर कोई मुस्लिम सज्जन हमारे कानून के आधार पर एप्लीकेशन करता है तो ये देश खुले मन से इस पर विचार करेगा, परंतु उन लोगों को
ये जो प्रावधान होने जा रहा है इसका फायदा इसलिए नहीं मिल सकता मान्यवर क्योंकि उनके साथ धार्मिक प्रताड़ना नहीं हुई है। ये निश्चित क्लासिफिकेशन के आधार पर बिल लेकर आया हूं मान्यवर। आर्टिकल 371 एक मिनट प्लीज मान्यवर, आर्टिकल 371 का जिक्र किया। मैं आपको कहना चाहता हूं कि आर्टिकल 371 के किसी भी प्रोविजन को ये बिल वायोलेट नहीं करेगा, इसको आहत नहीं करेगा, वो 10 के 10 वहां रहेगा। मान्यवर, मैं आपको इतना ही कहना चाहता हूं कि जितने भी आर्टिकल कोट किए गए हैं वो सभी आर्टिकलों का ध्यान रखते हुए ही ये बिल को ड्राफ्ट किया गया है और मैं मानता हूं कि सदन की कॉम्पिटेंसी के परव्यू के अंदर ही ये बिल आता है, इसलिए इस पर चर्चा की अनुमति दी जाए। नागरिकता सोध बिल का विरोध भी शुरू हो गया है। देखिए, एक आरोप है सरकार के ऊपर, खास करके बीजेपी के ऊपर। ये जो बिल है उसमें वोट बैंक का पॉलिटिक्स चल रहा है। मुझे नहीं लगता है ये एक ज़रूरत भी है इस प्रकार का बिल, क्योंकि बहुत से राज्यों में वहाँ के जो माइनॉरिटीज़ है, चाहे सिख है, हिंदू है, क्रिश्चियंस है, वो तकलीफ में है। वो हमारे देश में आकर बैठे हैं। लेकिन अमित शाह जी ने एक बात कही है कि इस देश में जो घुसपैठ है उसको निकाल देंगे, एक एक को चुन चुन कर निकालूंगा। तो अब तक 6 महीने में ऐसे कितने निकाले आपने, उसका हिसाब दीजिए। कितने निकाले हैं आपने किसी को निकाला नहीं है, और बाहर से लोग आप ले रहे हो, वो भी घुसपैठी है मान लो, यहाँ से भी निकालो फिर आप ले लो। दूसरी बात है, अगर आपके ऊपर जो आरोप है वोट बैंक पॉलिटिक्स का, इस बारे में वो आपको ख़त्म करना है, तो हमारी ये डिमांड है कि ये लोगों को तो हिंदुस्तान में सिर्फ रहना है, आश्रय चाहिए उनको, असलम चाहिए, तो उनको आप 25 साल तक वोटिंग राइट्स मत दीजिए। क्योंकि आप किसी भी राज्य में उनको बिठाएंगे और वोटिंग राइट देकर एक वोट बैंक बनाएंगे, विरोध उसको है। खास करके नॉर्थ ईस्ट में जो स्टेट्स है, वहाँ भाजपा शासित राज्य है, वो भी विरोध कर रहे हैं। हमारा एक सिटीजन अमेंडमेंट बिल, हमारा ये स्टैंड है कि सरकार इसको वापस ले। ये जालिमाना बिल है, सरकार इसको वापस ले, सरकार इसको जो है वापस ले। हम लोग ये आसाम में कोर्ट के खिलाफ है, ये कॉन्स्टिट्यूशन के खिलाफ है, और ये हमारे धर्मपेक्षा जो पूरे हिंदुस्तान में हिंदू मुस्लिम मिलके 100 साल से हम लोग यहाँ रह रहे हैं, ये इसके खिलाफ है। ये हिंदू मुस्लिम के अंदर लड़ाई लगाना चाहते हैं, ये बंगाली आसामियों के अंदर लड़ाई लगाना चाहते हैं। ये विभाजन, डिवाइड एंड रूल का इनका पॉलिसी है, इसको हम कामयाब नहीं होने देंगे। हमारी पार्टी इसके खिलाफ है, हर चीज़ के। कभी ये कॉन्स्टिट्यूशन के खिलाफ है, असम कोर्ट के खिलाफ है, और हिंदू मुस्लिम एकता के खिलाफ है। ये इसको तोड़ना चाहते हैं और वहाँ फसाद कराना चाहते हैं। लेकिन वो तो कह रहे हैं कि हम सारे ग्रुप के साथ मिले हैं, मुलाकात किए हैं, इसके बाद सारे ग्रुप ने उसकी मुखालफत की। हमारे लोग भी उसके अंदर थे, सारे ग्रुप ने उसकी मुखालफत की। आज उनको उनके ही साथी जो मेघालय के, उन्होंने साफ कह दिया कि मिनिस्ट्री से निकल जाएगी, तो अब मेघालय को उन्होंने निकाल दिया। तो इस तरीके से चल रहा है, ये मामला तो नहीं चलेगा ना सबके साथ। हमारी पार्टी का स्टैंड यही होगा, हम इसकी मुखालफत करेंगे। बिल को वापस लो, बिल को रिजेक्ट करो, किसी तरीके से इस बिल को हम पास होने के लिए नहीं देंगे, और इस मामले में ओपोजिशन के लोग हमारे साथ में। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਲਈ ਸੋਮਵਾਰ ਨੂੰ ਬਰਹੀ ਦੇ ਰਸੋਲੀ ਧਮਨਾ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੋਦੀ ਨੇ ਕਿਹਾ ਕਿ ਕਰਨਾਟਕ ਵਿੱਚ ਜੋ ਹੋਇਆ ਉਹ ਲੋਕਾਂ ਦੀ ਜਿੱਤ ਹੈ। ਰੈਲੀ ਦੌਰਾਨ ਪੀਐਮ ਮੋਦੀ ਨੇ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ। जहाँ खाना पकाते हैं वहां तक पानी आ जाए, ये व्यवस्था करना चाहिए, और इसके लिए यहाँ भाजपा की सरकार का दोबारा चुना जाना जरूरी है। साथियों, खेती किसानी से जुड़े लोगों को किस तरह झारखंड में डबल इंजन का लाभ मिला है, उसके भी आप साक्षी रहे। बाकी देश में पीएम किसान सम्मान निधि के तहत ही किसानों के खाते में सीधी मदद जमा हो रही है, जबकि झारखंड में
छोटे किसान परिवारों के खाते में 5,000 से 25,000 रुपए तक हर वर्ष एक्स्ट्रा जमा हो रहे हैं। और बरही के लोगों को, हजारीबाग के लोगों को मैं ये भी याद दिलाना चाहता हूं कि जहां जहां कांग्रेस की सरकारें हैं, वहां के किसानों को इस योजना का लाभ दिलाने में दिक्कत हो रही है। वहां के सरकार को लगता है कि किसान के घर में मोदी मोदी हो गया तो उनकी रोजी रोटी खत्म हो जाएगी। इसलिए किसान के घर में पैसे नहीं जाने देते। अगर यहां भी गलती से लोग आ गए तो आप समझ लेना, मैं दिल्ली से जो भेजूंगा वो भी आप तक आने नहीं देंगे। ये ऐसे लोग हैं। जिन राज्यों में किसानों से झूठ बोलकर कांग्रेस ने सत्ता हासिल की, वहां किसानों की स्थिति और बिगड़ रही है। किसानों से किए गए वादों से वहां की कांग्रेस सरकारें मुकर गई है। भाइयों और बहनों, भाजपा सरकार गांव की, किसान की आय बढ़ाने के लिए, उनका खर्च कम करने के लिए पूरी ईमानदारी से काम कर रही है। भारत के इतिहास में ये पहली बार हुआ है जब इंसान और पशुओं के स्वास्थ्य को लेकर दुनिया की सबसे बड़ी योजनाएं एक साथ चली है। एक तरफ आयुष्मान भारत के माध्यम से गरीब परिवार को आज 5 लाख रुपए तक का मुफ्त इलाज मिल रहा है। ਝਾਰਖੰਡ ਦੇ ਹਜ਼ਾਰੀਬਾਗ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਸਵਾਲ ਪੁੱਛੇ ਨੇ। ਉਹਨਾਂ ਕਿਹਾ ਕਿ ਦੇਸ਼ ਦੀਆਂ ਔਰਤਾਂ ਡਰੀਆਂ ਹੋਈਆਂ ਨੇ। ਅੱਜ ਸਾਡੇ ਦੇਸ਼ ਵਿੱਚ ਔਰਤਾਂ ਬਿਨਾਂ ਕਿਸੇ ਡਰ ਤੋਂ ਬਾਹਰ ਕਦਮ ਨਹੀਂ ਰੱਖ ਸਕਦੀਆਂ। ਰਾਹੁਲ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਇਹ ਦੱਸਣ ਕਿ ਔਰਤਾਂ ਦੀ ਕਿਹੋ ਜਿਹੀ ਰੱਖਿਆ ਤੁਸੀਂ ਕਰ ਰਹੇ ਹੋ। हर रोज हर प्रदेश में कहीं ना कहीं महिला का बलात्कार होता है, रेप होता है। दिन भर देखो, अखबार खोलो, उत्तर प्रदेश में गोली मार दी महिला को, उन्नाव में जला दिया, इधर रेप कर दिया, उधर रेप कर दिया। नरेंद्र मोदी के एमएलए ने, उत्तर प्रदेश के एमएलए ने बलात्कार किया, नरेंद्र मोदी एक शब्द नहीं कहते। उसका एक्सीडेंट हो गया, लड़की का एक्सीडेंट हो गया, तब भी नरेंद्र मोदी जी ने एक शब्द नहीं कहा। और फिर कहते हैं बेटी पढ़ाओ बेटी बचाओ। हाँ, बीजेपी के एमएलए से बचाओ। ਹੈਦਰਾਬਾਦ ਵਿੱਚ ਮਹਿਲਾ ਡਾਕਟਰ ਦੀ ਸਮੂਹਿਕ ਜਬਰ ਜਨਾਹ ਮਗਰੋਂ ਬੇਰਹਿਮੀ ਨਾਲ ਹੱਤਿਆ ਕਰਨ ਦੇ ਚਾਰੋਂ ਦੋਸ਼ੀਆਂ ਨੂੰ ਪੁਲਿਸ ਵੱਲੋਂ ਮੁੱਠਭੇੜ ਦੌਰਾਨ ਢੇਰ ਕਰਨ ਦੇ ਮਾਮਲੇ ਵਿੱਚ ਹੁਣ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਇਸ ਮਾਮਲੇ ਨੂੰ ਲੈ ਕੇ ਦਾਇਰ ਪਟੀਸ਼ਨਾਂ ਤੇ ਸੁਣਵਾਈ ਲਈ ਤਿਆਰ ਹੋ ਗਿਆ ਹੈ। ਅਦਾਲਤ ਵਿੱਚ ਬੁੱਧਵਾਰ ਨੂੰ 11 ਦਸੰਬਰ ਨੂੰ ਇਸ ਮੁੱਠਭੇੜ ਮਾਮਲੇ ਦੀ ਸੁਣਵਾਈ ਹੋਣੀ ਹੈ। ਸਮਾਂ ਹੋ ਗਿਆ ਇੱਕ ਹੋਰ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਧਾਂਗੇ ਅੰਤਰਰਾਸ਼ਟਰੀ ਖਬਰਾਂ ਵੱਲ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ। ਗੱਲ ਕਰਦੇ ਹਾਂ ਅੰਤਰਰਾਸ਼ਟਰੀ ਖਬਰਾਂ ਦੀ। ਵੈਸਟ ਇੰਡੀਜ਼ ਨਾਲ 3 T20 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਾ ਸਾਹਮਣਾ ਕਰਨਾ ਪਿਆ। ਵੈਸਟ ਇੰਡੀਜ਼ ਦੀ ਇਸ ਜਿੱਤ ਨਾਲ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਵੈਸਟ ਇੰਡੀਜ਼ ਖਿਲਾਫ ਭਾਰਤੀ ਟੀਮ ਨੂੰ 7 ਮੈਚਾਂ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪਿਛਲੀ ਹਾਰ 2017 ਵਿੱਚ ਮਿਲੀ ਸੀ। ਭਾਰਤ ਨੇ ਦੂਜੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 171 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਟੀਚੇ ਨੂੰ ਵੈਸਟ ਇੰਡੀਜ਼ ਨੇ 9 ਗੇਂਦਾਂ ਰਹਿੰਦਿਆਂ ਹੀ ਹਾਸਲ ਕਰ ਲਿਆ। ਟੀਮ ਇੰਡੀਆ ਵੱਲੋਂ ਸ਼ਿਵਮ ਦੁਬੇ ਨੇ ਸਭ ਤੋਂ ਜ਼ਿਆਦਾ 54 ਦੌੜਾਂ ਦੀ ਪਾਰੀ ਖੇਡੀ। ਸ਼ਿਵਮ ਦੁਬੇ ਦੇ T20 ਕਰੀਅਰ ਦਾ ਪਹਿਲਾ ਅਰਧ ਸੈਂਕੜਾ ਸੀ। ਭਾਰਤ ਨੂੰ ਮਾੜੀ ਫੀਲਡਿੰਗ ਦਾ ਨਤੀਜਾ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ। ਭਾਰਤੀ ਫੀਲਡਰਾਂ ਵੱਲੋਂ 2 ਕੈਚ ਛੱਡੇ ਗਏ ਜੋ ਭਾਰਤੀ ਟੀਮ ਤੇ ਭਾਰੂ ਪਏ। ਭਾਰਤ ਵੱਲੋਂ ਕੀਤੀ ਗਈ ਮਾੜੀ ਫੀਲਡਿੰਗ ਦਾ ਕਪਤਾਨ ਵਿਰਾਟ ਕੋਹਲੀ ਨੇ ਵੀ ਅਫਸੋਸ ਜਤਾਇਆ। I'm not happy because if we win the match, that is more important for me. And yes, Trivandrum, good memories always. And I'm going from here with good memories. But unfortunately, we lost the match. We dropped some catches, but I think it's part of the match. Even they drop some catches. Any of the team has dropped many catches. It doesn't matter. But I think we are the best team, and we have always proved that we lost the match today. But I think that we'll come back in the next match, sure.
I think I've got the opportunity to bat at number 3, and I think it was a big deal for me. And some pressure was there starting. Obviously, a match I've played, international match, I've got the batting at number 3. So yes, some pressure was there. But after that, like Rohit bhai helped me. That he said me stay calm, and I think that was the momentum when I've got 1-6, and I felt really well. And that time I went on. Unfortunately, we lost some catches today. It is matter of some situations we need to win, and that's it. Nothing like that. Today we had a good total, but we could not make it. But I think it's not like that. Chasing is very easy for any team. Like if any of the team in the world of cricket chases very well, so that's what the India team is always best in both of these stuffs. ਵੈਸਟ ਇੰਡੀਜ਼ ਖਿਲਾਫ ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 19 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੋਹਲੀ T20 ਦੇ ਕਿੰਗ ਬਣ ਗਏ ਨੇ। ਉਹ T20 ਵਿੱਚ ਸਭ ਤੋਂ ਜ਼ਿਆਦਾ 2563 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਨੇ। ਕੋਹਲੀ ਨੇ ਆਪਣੇ ਹਮਵਤਨ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਨੇ ਰੋਹਿਤ ਸ਼ਰਮਾ ਨੂੰ ਮਹਿਜ਼ 1 ਰਨ ਨਾਲ ਪਿੱਛੇ ਛੱਡਿਆ। ਰੋਹਿਤ ਸ਼ਰਮਾ ਦੀਆਂ T20 ਕਰੀਅਰ ਵਿੱਚ 2562 ਦੌੜਾਂ ਹੋ ਗਈਆਂ ਨੇ। ਰੋਹਿਤ ਸ਼ਰਮਾ ਦੀਆਂ T20 ਕ੍ਰਿਕਟ ਵਿੱਚ 2562 ਦੌੜਾਂ ਨੇ। ਵਿਰਾਟ ਕੋਹਲੀ ਹੁਣ T20 ਇੰਟਰਨੈਸ਼ਨਲ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਨੇ। ਸਾਊਥ ਏਸ਼ੀਅਨ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਜਾਰੀ ਹੈ। ਭਾਰਤੀਆਂ ਨੇ ਮੈਡਲਾਂ ਦੀ ਸੰਖਿਆ 250 ਤੋਂ ਪਾਰ ਕਰ ਲਈ ਹੈ। ਖੇਡਾਂ ਦੇ 7ਵੇਂ ਦਿਨ ਭਾਰਤੀਆਂ ਨੇ 11 ਮੈਡਲ ਆਪਣੇ ਨਾਮ ਕੀਤੇ। मेरा ये बहुत 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 स्पेशल मोमेंट है, क्योंकि मैं 20 साल पहले 99 में नेपाल आई थी, लॉन्ग कोर्स में किया था, यही वो जगह है। और अब मैं 20 साल के बाद शॉर्ट कोर्स करने आई हूँ। ये एक और स्पेशल मोमेंट है मेरी। और अभी मेरे 3 इवेंट और बाकी हैं, तो मैं होप कर रही हूँ कि अपनी कंट्री के लिए 3 और गोल्ड जीतूंगी। ਗੁੱਡ ਮਾਰਨਿੰਗ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਲਈ ਦੇਖਦੇ ਰਹੋ ABP ਸਾਂਝਾ।